ठीक है जी। सो ट्रांसफॉर्मेशन ऑफ sentences means rewriting a sentence in a different grammatical form without changing its meaning. It is an important part of English grammar because it helps us express the same idea in many ways. कहना मतलब ਕੀ ਹੈ ਕਿ ਇਹ ਇੱਕ ਇੰਪੋਰਟੈਂਟ ਪਾਰਟ ਹੈ ਇੰਗਲਿਸ਼ ਗ੍ਰਾਮਰ ਦਾ, ਬਿਕੋਜ਼ ਇਹ ਸਾਨੂੰ ਹੈਲਪ ਕਰਦਾ ਵਾ ਜਿਹੜਾ ਸਾਡੇ ਜਿਹੜਾ ਸਾਡਾ ਆਈਡੀਆ ਉਹਨੂੰ ਸਾਡੇ ਸੇਮ ਆਈਡੀਆ ਨੂੰ ਅਲੱਗ-ਅਲੱਗ ਤਰੀਕੇ ਨਾਲ ਵਿਅਕਤ ਕਰਨ ਦੇ ਵਿੱਚ। This skill improves writing style, clarity and flexibility in communication। ਕਿਉਂਕਿ ਦੇਖੋ ਇੱਕ ਹੀ ਵੇ ਵਿੱਚ ਕਮਿਊਨੀਕੇਸ਼ਨ ਕਰਨ ਨਾਲ ਜਿਹੜੀ ਸਾਡੀ ਸਟਾਈਲ ਹੈ, ਜਿਹੜੀ ਸਾਡੀ ਕਲੈਰਿਟੀ ਉਹ ਚੇਂਜ ਨਹੀਂ ਹੋ ਸਕਦੀ। ਤੇ ਇਸੇ ਤਰੀਕੇ ਨਾਲ ਵੱਖ-ਵੱਖ ਤਰੀਕੇ ਨਾਲ ਲਿਖਣ ਨਾਲ ਹੀ ਸਾਡੀ ਕਲੈਰਿਟੀ ਤੇ ਫਲੈਕਸੀਬਿਲਿਟੀ ਇਨ ਕਮਿਊਨੀਕੇਸ਼ਨ ਹੋ ਸਕਦਾ ਵਾ, ਸਾਡੀ ਸਟਾਈਲ ਚੇਂਜ ਹੋ ਸਕਦੀ। ਚੇਂਜਿੰਗ ਅਸਰਟਿਵ ਐਂਡ ਇੰਟਰੋਗੇਟਿਵ ਸੈਂਟੈਂਸਸ। ਐਨ ਅਸਰਟਿਵ ਸੈਂਟੈਂਸ ਮੇਕਸ ਅ ਸਟੇਟਮੈਂਟ। ਅਸਰਟਿਵ ਇੱਕ ਪੋਜ਼ਿਟਿਵ, ਤੁਸੀਂ ਕਹਿ ਸਕਦੇ ਇੱਕ ਪੋਜ਼ਿਟਿਵ ਸੈਂਟੈਂਸ ਵੀ ਕਹਿ ਸਕਦੇ ਹੋ ਤੁਸੀਂ, ਇੱਕ ਪੋਜ਼ਿਟਿਵ ਸਟੇਟਮੈਂਟ ਹੁੰਦਾ ਹੈ, ਵਾਈਲ ਐਨ ਇੰਟਰੋਗੇਟਿਵ ਮੇਕਸ ਆਸਕਸ ਅ ਕੁਐਸਚਨ। ਇੰਟਰੋਗੇਟਿਵ ਕੀ ਹੁੰਦਾ ਹੈ? ਕੁਐਸਚਨ ਦਾ। ਇੰਟਰੋਗੇਟਿਵ ਮਤਲਬ ਇਹ ਕੁਐਸਚਨ ਕਰ ਰਿਹਾ ਵਾ। to transform it to transform assertive to interrogative with helping verb is, am, are, was, were, do, does, did comes to the beginning. For example, एक assertive sentence ਆਪਾਂ ਪढ़ ਰਹੇ, that is she is your sister, that is statement, right? ਤੇ interrogative ਵਿੱਚ ਜਦੋਂ ਅਸੀਂ ਇਹਨੂੰ ਚੇਂਜ ਕਰਨਾ ਵਾ, ਇਹਦੇ ਵਿੱਚ ਕੀ ਹੋਊਗਾ? ਜਿਹੜਾ ਸਟਾਰਟਿੰਗ 'ਚ ਕੀ ਆ ਜਾਊਗਾ? ਹੈਲਪਿੰਗ verb, that is she your sister। ਮਤਲਬ ਦੋਨੇ ਹੀ ਸਬਜੈਕਟ ਤੇ ਜਿਹੜਾ ਹੈਲਪਿੰਗ verb ਹੈ ਆਪਣੀ ਜਗ੍ਹਾ ਚੇਂਜ ਕਰ ਰਹੇ। While changing interrogative and assertive, we simply place the verb after the subject and remove the question mark। ਜਦੋਂ ਆਪਾਂ interrogative ਤੋਂ assertive ਵਿੱਚ ਚੇਂਜ ਕਰਨਾ ਹੈ, ਆਪਾਂ ਕੀ ਕਰਨਾ ਹੈ? ਜਿਹੜਾ verb ਹੈ, ਜਿਹੜਾ helping verb ਹੈ, ਉਸਨੂੰ subject ਤੋਂ ਬਾਅਦ ਕਰਕੇ ਤੇ remove question mark ਜਿਹੜਾ ਹੈ remove ਕਰ ਦੇਣਾ ਹੈ। Changing affirmative and negative sentences। The transformation changes a positive sentence to negative one, but meaning should remain unchanged। We add not, never, none, and no one and use opposite words। That affirmative ਇੱਕ ਪੋਜ਼ਿਟਿਵ ਸੈਂਟੈਂਸ ਹੁੰਦਾ ਤੇ ਇਹਨੂੰ ਨੈਗੇਟਿਵ ਵਿੱਚ ਚੇਂਜ ਕਰ ਲਈ ਅਸੀਂ ਨੋਟ, ਨੈਵਰ, ਨਨ ਤੇ ਨੋ ਵਨ ਯੂਜ਼ ਕਰਦੇ ਤੇ verb ਜਿਹੜੇ ਵੀ verb ਹੈ ਉਹਦਾ ਇੱਕ opposite word। ਅਫਰਮੇਟਿਵ ਸੈਂਟੈਂਸ ਆਪਾਂ ਇੱਕ ਜਿਹੜਾ ਉਦਾਹਰਨ ਜਿਹੜਾ ਐਗਜ਼ਾਮਪਲ ਆਪਾਂ ਲਈਏ ਤੇ ਦੈਟ ਇਜ਼ ਹੀ ਇਜ਼ ਆਲਵੇਜ਼ ਓਨੈਸਟ। ਤੇ ਜੇ ਆਪਾਂ ਨੈਗੇਟਿਵ ਚ ਚੇਂਜ ਕਰੀਏ ਹੀ ਇਜ਼ would be the same one, but always ਦੀ ਜਗ੍ਹਾ ਤੇ ਕਰ ਦੇਣਾ ਆਪਾਂ never dishonest। ਠੀਕ ਹੈ, ਉਹ ਕਦੇ ਵੀ ਬੇਈਮਾਨ ਨਹੀਂ ਰਿਹਾ। ਹੀ ਇਜ਼ ਆਲਵੇਜ਼ ਓਨੈਸਟ, ਉਹ ਹਮੇਸ਼ਾ ਇਮਾਨਦਾਰ ਰਹਿੰਦਾ ਹੈ। ਤੇ ਹੀ ਇਜ਼ ਨੈਵਰ dishonest, ਉਹ ਕਦੇ ਵੀ ਬੇਈਮਾਨ ਨਹੀਂ ਰਿਹਾ। ਠੀਕ ਹੈ, ਨੈਕਸਟ ਵਨ ਇੱਕ ਨੈਗੇਟਿਵ ਸੈਂਟੈਂਸ ਹੈ ਦੈਟ ਇਜ਼ ਸ਼ੀ ਇਜ਼ ਨॉट ਅਨਕਾइंड। ਉਹ ਨਿਰਦਈ ਨਹੀਂ ਹੈ। ਬਟ ਜੇ ਆਪਾਂ ਅਫਰਮੇਟਿਵ ਵਿੱਚ ਚੇਂਜ ਕਰੀਏ ਤਾਂ ਆਪਾਂ ਕੀ ਕਰਨਾ? ਨੋਟ ਨੂੰ ਹਟਾ ਕੇ ਅਨਕਾइंड ਦਾ ਆਪੋਜ਼ਿਟ ਦੈਟ ਇਜ਼ ਕਾइंड, ਸ਼ੀ ਇਜ਼ ਕਾइंड। ਠੀਕ ਹੈ, ਤੇ ਅਫਰਮੇਟਿਵ ਵਿੱਚ ਚੇਂਜ ਹੋ ਗਿਆ। ਐਕਟਿਵ ਤੇ ਪਾਸਿਵ ਵੌਇਸ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਜਿਹੜਾ ਐਕਟਿਵ ਤੇ ਪਾਸਿਵ ਵੌਇਸ ਹੈ, ਐਕਟਿਵ ਚ ਕੀ ਹੁੰਦਾ ਹੈ? ਸਬਜੈਕਟ, ਵਰਬ ਤੇ ਆਬਜੈਕਟ, ਹੈ ਨਾ। ਤੇ ਪਾਸਿਵ ਵਿੱਚ ਕੀ ਹੁੰਦਾ ਹੈ? ਜਿਹੜਾ ਆਬਜੈਕਟ ਹੈ ਉਹ ਪਹਿਲਾਂ ਹੋ ਜਾਂਦਾ ਹੈ ਤੇ ਸਬਜੈਕਟ ਲਾਸਟ ਵਿੱਚ, ਤੇ ਵਰਬ ਤਾਂ ਉਸੇ ਤਰੀਕੇ ਨਾਲ ਰਹਿੰਦਾ ਹੈ। ਬਟ ਇੱਥੇ ਜਿਹੜਾ ਵਰਬ ਹੈ ਇਹ ਚੇਂਜ ਹੋ ਜਾਂਦਾ ਹੈ ਪਾਸਟ ਪਾਰਟਿਸਿਪਲ ਫਾਰਮ ਦੇ ਵਿੱਚ। ਇਨ ਐਕਟਿਵ ਵੌਇਸ ਦਾ ਸਬਜੈਕਟ ਪਰਫਾਰਮਸ ਦਾ ਐਕਸ਼ਨ। ਐਕਟਿਵ ਵੌਇਸ ਦੇ ਵਿੱਚ ਕੀ ਹੁੰਦਾ ਹੈ? ਜਿਹੜਾ ਸਬਜੈਕਟ ਹੈ ਉਹ ਐਕਸ਼ਨ ਨੂੰ ਪਰਫਾਰਮ ਕਰ ਰਿਹਾ ਹੁੰਦਾ ਹੈ। ਬਟ ਜਿਹੜਾ ਪੈਸਿਵ ਵੌਇਸ ਹੈ ਉਹਦੇ ਵਿੱਚ ਕੀ ਹੁੰਦਾ ਹੈ? ਜਿਹੜਾ ਐਕਸ਼ਨ ਰਿਸੀਵ ਕੀਤਾ ਜਾ ਰਿਹਾ ਹੁੰਦਾ ਹੈ ਸਬਜੈਕਟ ਦੇ ਦੁਆਰਾ, that the subject receives the action। So there is active sentence, that is the teacher praised the boy। ਟੀਚਰ ਨੇ ਬੱਚੇ ਦੀ ਤਾਰੀਫ ਕੀਤੀ, ਇਹ ਹੈਗਾ ਐਕਟਿਵ ਵੌਇਸ। ਠੀਕ ਹੈ ਜੀ। ਬਟ when we change it into passive voice, that becomes the boy was praised by the teacher। ਕਿ ਬੱਚੇ ਨੂੰ ਟੀਚਰ ਦੇ ਦੁਆਰਾ ਪ੍ਰੇਜ਼ ਕੀਤਾ ਗਿਆ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਕਮਿਊਨੀਕੇਸ਼ਨ ਦੇ ਵਿੱਚ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਜਦੋਂ ਗੱਲ ਪਹੁੰਚਦੀ ਹੈ ਉਸ ਤਰੀਕੇ ਦਾ ਹੋ ਜਾਂਦਾ ਵਾ। Rule, rules included changing the verb into past participle form, adding a helping verb, placing by before
door of the action. Direct and indirect speech. Direct speech uses exact spoken words inside portion mark. Indirect speech quotes what someone said without quotes. Direct speech ਵਿੱਚ ਅਸੀਂ ਕਹਿ ਸਕਦੇ ਹਾਂ he said I am tired, ਬਟ ਜਦੋਂ ਇਨਡਾਇਰੈਕਟ ਦੀ ਗੱਲ ਆਉਂਦੀ ਹੈ, ਆਪਾਂ ਕਿਸੇ ਦੇ ਦੁਆਰਾ ਕਹੀ ਗਈ ਗੱਲ ਨੂੰ ਜਦੋਂ ਕਹਿ ਰਹੇ ਹੁੰਦੇ ਆ ਤੇ ਆਪਾਂ ਕਿੱਦਾਂ ਕਹਿੰਦੇ ਆ, he said that he was tired। ਜੇ ਆਪਾਂ ਡਾਇਰੈਕਟ ਨੂੰ ਆਪਾਂ ਪੰਜਾਬੀ ਵਿੱਚ ਪੜ੍ਹਦੇ ਹਾਂ, ਉਹਨੇ ਕਿਹਾ ਮੈਂ ਥੱਕ ਚੁੱਕਿਆ ਹਾਂ, ਠੀਕ ਹੈ। ਤੇ ਇਨਡਾਇਰੈਕਟ ਵਿੱਚ he said that he was tired, ਉਸਦੇ ਦੁਆਰਾ ਕਿਹਾ ਗਿਆ ਕਿ ਉਹ ਥੱਕ ਚੁੱਕਿਆ ਹੈ ਨਾ। ਤੇ ਇਹ ਫਰਸਟ ਪਰਸਨ ਤੋਂ ਸੈਕੰਡ ਪਰਸਨ ਦੇ ਹਿਸਾਬ ਨਾਲ ਹੀ ਇਹਨੂੰ ਚੇਂਜ ਕੀਤਾ ਜਾਂਦਾ। ਚੇਂਜ ਇੰਕਲੂਡ ਪ੍ਰੋਨਾਉਂਸ ਜਿਹੜੇ ਚੇਂਜ ਹੁੰਦੇ ਹੈ, ਆਈ ਚੇਂਜ ਇਨਟੂ ਹੀ, ਹੈ ਨਾ। ਟੈਂਸ ਜਿਹੜੇ ਚੇਂਜ ਹੋ ਜਾਂਦੇ ਹੈ, ਐਮ ਚੇਂਜ ਇਨਟੂ ਵਾਸ, ਟੈਂਸ ਚੇਂਜ ਹੋ ਰਿਹਾ ਵਾ ਇੱਧਰ, ਪਾਸ ਪ੍ਰੈਜ਼ੈਂਟ ਜਿਹੜਾ ਪਾਸ ਦੇ ਵਿੱਚ ਚੇਂਜ ਹੋ ਗਿਆ ਹੈ ਨਾ। ਰਿਮੂਵਿੰਗ ਕੋਟੇਸ਼ਨ ਮਾਰਕਸ, ਜਿਹੜੇ ਇਨਵਰਟਿਡ ਕੌਮਾਸ ਹੈਗੇ ਆ, ਕਹਿਣ ਦਾ ਮਤਲਬ ਉਹਨਾਂ ਨੂੰ ਹਟਾ ਦਿੱਤਾ ਗਿਆ। ਐਡਿਕ ਕਨੈਕਟਰਸ ਲਾਈਕ ਦੈਟ, ਇਫ, ਵੈਦਰ, ਇਹ ਸੈਂਟੈਂਸ ਦੇ ਹਿਸਾਬ ਨਾਲ ਹੀ ਹੁੰਦਾ ਵਾ ਕਿ ਸੈਂਟੈਂਸ ਦੇ ਵਿੱਚ ਦੈਟ ਆਣਾ ਵਾ, ਇਫ ਆਣਾ ਵਾ, ਵੈਦਰ ਆਣਾ ਵਾ, ਠੀਕ ਹੈ ਜੀ। ਸਿੰਪਲ, ਕੰਪਲੈਕਸ ਐਂਡ ਕੰਪਾਊਂਡ ਸੈਂਟੈਂਸ, ਹੁਣ ਸੈਂਟੈਂਸਸ ਦੇ ਆਧਾਰ ਤੇ ਜਿਹੜੇ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਹੈਗੇ ਆ, ਉਹ ਹੈਗੇ ਆ ਸਿੰਪਲ ਸੈਂਟੈਂਸ, ਕੰਪਲੈਕਸ ਸੈਂਟੈਂਸ ਤੇ compound sentence. Simple sentence has only one clause. Complex sentence has one main clause plus one more subordinate clause. And a compound sentence contains two or more main clause joined by and, but, or. Example, simple, when simple change into complex, आपस एक सिंपल सेंटेंस लेना है, he admitted his mistake। He admitted that he had made a mistake. Now, when there is a simple sentence, that is he admitted his mistake, ਉਹਨੇ ਆਪਣੀ ਗਲਤੀ ਮੰਨੀ। ਹੁਣ ਜਦੋਂ ਕੰਪਲੈਕਸ ਦੇ ਵਿੱਚ ਚੇਂਜ ਕਰ ਰਹੇ, ਬਿਕੋਜ਼ a complex sentence has one main clause and one more subordinate clause, ਜਿਹੜਾ ਕਿ ਡਿਪੈਂਡ ਕਰਦਾ ਵਾ ਮੇਨ clause ਦੇ ਉੱਤੇ। So it becomes he admitted that he had made a mistake, ਉਹਨੇ ਐਡਮਿਟ ਕੀਤਾ ਕਿ ਉਸਦੇ ਦੁਆਰਾ ਗਲਤੀ ਕੀਤੀ ਗਈ ਹੈ, ਠੀਕ ਹੈ। ਤੇ ਉਸਦੇ ਦੁਆਰਾ ਗਲਤੀ ਕੀਤੀ ਗਈ ਹੈ ਕਿਹਦੇ ਤੇ ਡਿਪੈਂਡ ਕਰਦਾ ਵਾ, ਹੀ ਦੇ ਉੱਤੇ, ਜਿਹੜਾ ਸਬਜੈਕਟ ਹੈ ਉਹਦੇ ਉੱਤੇ। complex, when complex sentence change into simple, when he saw the dog he ran, मतलब ਜਦੋਂ ਉਹਨੇ ਕੁੱਤਾ ਦੇਖਿਆ ਉਹ ਭੱਜ ਗਿਆ, ਹੈ ਨਾ। ਤੇ on seeing dog he ran, ਕੁੱਤੇ ਨੂੰ ਦੇਖਦੇ ਹੀ ਉਹ ਭੱਜ ਗਿਆ, ਇਹ ਚੀਜ਼ ਹੈ। ਸਿੰਪਲ ਜਦੋਂ ਕੰਪਾਊਂਡ ਦੇ ਵਿੱਚ ਚੇਂਜ ਹੁੰਦਾ ਹੈ, being tired he slept early। ਤੇ ਇਸ ਨੂੰ ਜਦੋਂ ਅਸੀਂ ਕੰਪਾਊਂਡ ਦੇ ਵਿੱਚ ਚੇਂਜ ਕਰ ਰਹੇ ਹਾਂ, ਕੰਪਾਊਂਡ ਦੇ ਵਿੱਚ ਐਂਡ, ਬਟ ਤੇ ਔਰ ਯੂਜ਼ ਕਰ ਸਕਦੇ ਹਾਂ, ਹੈ ਨਾ। ਤੇ ਇਸ ਨੂੰ ਕਿਸ ਤਰੀਕੇ ਨਾਲ ਚੇਂਜ ਕਰਨਾ ਹੈ, ਹੀ ਵਾਸ ਟਾਇਰਡ ਐਂਡ ਹੀ ਸਲੈਪਟ अर्ਲੀ। ਕਹਿਣ ਦਾ ਮਤਲਬ ਜਿਹੜਾ ਕੰਪਾਊਂਡ ਹੈ ਉਹ ਦੋ ਮਿਸ਼ਰਿਤ ਵਾਕ ਬਣਾ ਦਿੰਦਾ ਹੈ, ਦੋ ਵਾਕਾਂ ਨੂੰ ਆਪਸ ਵਿੱਚ ਜੋੜ ਦਿੰਦਾ ਹੈ। Synthesis of sentences. Synthesis of sentence means combining two or more simple sentences into one meaningful, well-structured sentence without changing the intent meaning. It is opposite of transformation, which often breaks a long sentence into smaller ones. Synthesis helps in improving writing style, reducing repetition, and presenting ideas in smooth and connected way. ਸਿੰਥੇਸਿਸ ਆਫ ਸੈਂਟੈਂਸਸ ਦਾ ਮਤਲਬ ਕੀ ਹੁੰਦਾ ਹੈ, ਜਿਹੜੇ ਸੈਂਟੈਂਸ ਹੈ ਉਹਨਾਂ ਨੂੰ ਟੂ ਜਾਂ ਫਿਰ ਦੋ ਜਾਂ ਦੋ ਤੋਂ ਵੱਧ ਸਿੰਪਲ ਸੈਂਟੈਂਸਸ ਨਾਲ ਜੋੜ ਕੇ ਮਿਲਾ ਕੇ ਇੱਕ ਵਨ ਮੀਨਿੰਗਫੁਲ ਸੈਂਟੈਂਸ ਬਣਾਉਣਾ ਹੈ, ਇੱਕ ਵੈਲ ਸਟਰਕਚਰ ਸੈਂਟੈਂਸ ਬਣਾਉਣਾ, ਵਿਦਾਊਟ ਚੇਂਜਿੰਗ ਦਾ ਇੰਟੈਂਡਡ ਮੀਨਿੰਗ, ਉਹਦੇ ਜਿਹੜਾ ਪੂਰੇ ਮੀਨਿੰਗ ਨੂੰ ਚੇਂਜ ਕੀਤੇ ਬਗੈਰ। ਇਟ ਇਜ਼ ਦਾ ਆਪੋਜ਼ਿਟ ਆਫ ਟਰਾਂਸਫੋਰਮੇਸ਼ਨ। ਇਹ ਟਰਾਂਸਫੋਰਮੇਸ਼ਨ ਯਾਨੀ ਕਿ ਵਾਕ ਨੂੰ ਜਿਹੜਾ ਹੈ ਟਰਾਂਸਫੋਰਮੇਸ਼ਨ, ਵਾਕ ਦਾ ਟਰਾਂਸਫੋਰਮੇਸ਼ਨ ਤੋਂ ਇਸ ਦਾ ਮਤਲਬ ਹੀ ਉਲਟਾ ਹੁੰਦਾ ਹੈ, which often breaks long sentences into smaller ones। Synthesis usually
aims to join sentence in such a way that the final sentence becomes more effective and readable. The combined sentence make the form of simple, compound, or complex sentences depending on the method of combination. Writer chooses structure based on the relationship between ideas and the level of connection they want to show. Synthesis into simple sentence. A simple sentence contain only one finite verb, but it may have expanded verses and or participles. Synthesis into a simple sentence is done using first of all participle ਬਾਰੇ ਕਿਉਂਕਿ ਦੇਖੋ ਇਸ ਜਿਹੜਾ ਸਿੰਪਲ ਸੈਂਟੈਂਸ ਦੇ ਵਿੱਚ ਜਦੋਂ ਆਪਾਂ ਜਿਹੜਾ ਸੈਂਟੈਂਸ ਦਾ ਸਿੰਥੇਸਿਸ ਕਰਦੇ ਆ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਇੱਕ ਵਨ ਫਾਈਨਾਈਟ ਵਰਬ ਹੀ ਹੁੰਦਾ ਹੈ ਜਿਹਨੂੰ ਆਪਾਂ ਕਈ ਤਰੀਕੇ ਨਾਲ ਐਕਸਟੈਂਡਡ ਪਰਸਨ ਜਾਂ ਪਾਰਟਿਸਿਪਲ ਵਿੱਚ ਯੂਜ਼ ਕਰ ਸਕਦੇ ਹਾਂ ਫਸਟ ਆਫ ਆਲ ਹੀ ਸ਼ੋ ਅ ਟਾਈਗਰ ਹੀ ਰੈਨ ਅਵੇ ਠੀਕ ਹੈ ਜੀ ਹੁਣ ਇਹਨੂੰ ਚੇਂਜ ਕਿੱਦਾਂ ਕਰਨਾ ਵਾ ਸੀਇੰਗ ਅ ਟਾਈਗਰ ਹੀ ਰੈਨ ਅਵੇ ਠੀਕ ਹੈ ਜਿਹੜਾ ਸ਼ੋ ਸੀਗਾ ਉਹ ਸੀਇੰਗ ਵਿੱਚ ਚੇਂਜ ਹੋ ਗਿਆ ਤੇ ਸੀਇੰਗ ਅ ਟਾਈਗਰ ਟਾਈਗਰ ਨੂੰ ਦੇਖਦੇ ਹੀ ਉਹ ਭੱਜ ਗਿਆ ਪਾਰਟਿਸਿਪਲ ਵਿੱਚ ਕੀ ਸੀਗਾ ਉਸਨੇ ਟਾਈਗਰ ਦੇਖਿਆ ਤੇ ਉਹ ਭੱਜ ਗਿਆ ਸੀਇੰਗ ਅ ਟਾਈਗਰ ਹੀ ਰੈਨ ਅਵੇ ਇਸ ਤਰੀਕੇ ਨਾਲ ਚੇਂਜ ਹੋਇਆ ਇਨਫਿਨਿਟਿਵਸ ਦੇ ਵਿੱਚ ਕੀ ਹੁੰਦਾ ਹੀ ਵਰਕਡ ਹਾਰਡ ਹੀ ਵਾਂਟਡ ਟੂ ਸਕਸੀਡ ਹੀ ਵਰਕ ਹਾਰਡ ਟੂ ਸਕਸੀਡ ਹੀ ਇਸ ਦੇ ਵਿੱਚ ਕੀ ਹੁੰਦਾ ਵਾ ਕਿ ਜਿਹੜਾ ਸੈਂਟੈਂਸ ਹੈ ਉਸਨੂੰ ਛੋਟਾ ਇਸ ਤਰੀਕੇ ਨਾਲ ਛੋਟਾ ਬਣਾਇਆ ਜਾਂਦਾ ਹੈ ਕਿ ਉਸਦੇ ਅਰਥ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ phrases prepositional noun adjective forces he was ill he could not attend the class ਉਹ ਬਿਮਾਰ ਸੀ ਉਹ ਜਿਹੜੀ ਕਲਾਸ ਅਟੈਂਡ ਨਹੀਂ ਕਰ ਸਕਿਆ ਤੇ ਇਸ ਨੂੰ ਜਦੋਂ ਆਪਾਂ ਇਸ ਫਰਜ਼ ਨੂੰ ਚੇਂਜ ਕਰਦੇ ਆ ਤੇ ਕਿੱਦਾਂ ਬਣਦਾ ਵਾ ਬੀਇੰਗ ਇਲ ਹੀ ਕੁਡ ਨਾਟ ਅਟੈਂਡ ਦਾ ਕਲਾਸ ਬਿਮਾਰ ਹੋਣ ਦੇ ਕਾਰਨ ਉਹ ਕਲਾਸ ਅਟੈਂਡ ਨਹੀਂ ਕਰ ਸਕਿਆ ਠੀਕ ਹੈ ਤੇ ਕਹਿਣ ਦਾ ਮਤਲਬ ਕਿ ਹੀ ਵਾਸ ਚੇਂਜ ਇਨਟੂ ਬੀਇੰਗ ਹੀ ਸ਼ਾ ਚੇਂਜ ਇਨਟੂ ਸੀਇੰਗ ਸੋ ਇਸ ਤਰੀਕੇ ਨਾਲ ਚੇਂजेस ਹੁੰਦੇ ਆ simple sentences are useful when two or more actions are closely connected and can be expressed economically. Synthesis into compound sentences. A compound sentence contains two or more main clause. Compound sentence ਵਿੱਚ ਦੋ ਜਾਂ ਦੋ ਤੋਂ ਵੱਧ main clause ਹੋ ਸਕਦੇ ਹੈ joined with coordinating conjunctions such as and, but, or, yeah, or, yet, so, nor. Use this form when each sentence carries equal importance. Examples के यदि he worked hard, he succeeded. ਇਸ ਦੇ ਵਿੱਚ ਆਪਾਂ ਕੀ ਯੂਜ਼ ਕਰ ਸਕਦੇ and, but, or, yet, so, or nor. ਠੀਕ ਹੈ he worked hard and he succeeded. ਉਸਨੇ ਮਿਹਨਤ ਕੀਤੀ ਤੇ ਉਹ succeed ਹੋ ਗਿਆ ਉਹ ਸਫਲ ਹੋ ਗਿਆ he was intelligent, he was lazy. ਉਹ ਇੰਟੈਲੀਜੈਂਟ ਤਾਂ ਹੈ ਪਰ ਉਹ ਲੇਜ਼ੀ ਵੀ ਹੈ ਇੱਥੇ ਕੀ ਆ ਗਿਆ ਬਟ ਹੀ ਵਾਜ਼ ਇੰਟੈਲੀਜੈਂਟ ਬਟ ਹੀ ਵਾਜ਼ ਲੇਜ਼ੀ ਯੂ ਮੇ ਕਮ ਨਾਓ ਯੂ ਮੇ ਕਮ ਲੇਟਰ ਯੂ ਤੁਸੀਂ ਹੁਣੇ ਆ ਸਕਦੇ ਹੋ ਜਾਂ ਫਿਰ ਤੁਸੀਂ ਬਾਅਦ ਵਿੱਚ ਵੀ ਆ ਸਕਦੇ ਹੋ ਇੱਥੇ ਆਪਾਂ ਕੀ ਯੂਜ਼ ਕੀਤਾ ਔਰ ਜਾਂ ਫਿਰ ਔਰ in compound synthesis conjunction play a key role and help to show contrast addition result or choice synthesis into complex sentence ਦੇ ਵਿੱਚ ਜਿਹੜਾ sentence ਦਾ synthesis ਕਰਨਾ a complex sentence has one main clause and one or more subordinate clauses subordinate clause can be noun clause adjective clause adverb clause ਜਿਹੜੇ subordinate clauses ਹੁੰਦੇ ਆ ਉਹ noun clause ਵੀ ਹੋ ਸਕਦੇ ਹੈ adjective ਵੀ ਹੋ ਸਕਦੇ ਹੈ adverb ਵੀ ਹੋ ਸਕਦੇ ਹੈ using noun clause he said something it surprised me ਇਸ ਦੇ ਵਿੱਚ ਕੀ ਹੈ ਇਸ ਨੂੰ ਜਦੋਂ ਆਪਾਂ ਚੇਂਜ ਕੀਤਾ ਕੰਪਲੈਕਸ ਸੈਂਟੈਂਸ ਦੇ ਵਿੱਚ ਜਿਹੜਾ ਮੇਨ ਕਲੌਜ਼ ਸੀਗਾ ਹੀ ਸੈਡ ਸਮਥਿੰਗ ਤੇ ਇਸ ਦਾ ਸਬਆਰਡੀਨੇਟ ਕਲੌਜ਼ ਇਟ ਸਰਪ੍ਰਾਈਜ਼ਡ ਮੀ ਇਸ ਨੂੰ ਜਦੋਂ ਆਪਾਂ ਚੇਂਜ ਕੀਤਾ ਨਾउन ਕਲੌਜ਼ ਨੂੰ ਵਾਟ ਹੀ ਸੈਡ ਸਰਪ੍ਰਾਈਜ਼ ਮੀ ਉਸਨੇ ਜੋ ਵੀ ਕਿਹਾ ਉਸਨੇ ਮੈਨੂੰ ਆਸ਼ਚਰਚਕਿਤ ਕੀਤਾ ਉਸਨੇ ਮੈਨੂੰ ਤੇ ਇਸ ਦੇ ਵਿੱਚ ਕੀ ਹੋਇਆ ਵਾਟ ਨੂੰ ਐਡ ਕੀਤਾ ਤੇ ਇਟ ਹਟਾ ਦਿੱਤਾ ਹੈ using an adjective clause I saw a girl she was singing I saw a girl who was singing adjective
ਆਇਸ਼ਾ ਗੱਲ ਤਾਂ ਸਹੀ ਰਹੀ। ਜਿਹੜਾ ਐਡਜੈਕਟਿਵ ਹੈਗਾ ਜਿਹੜੀ ਕਿ ਕਹਿ ਸਕਦੇ ਹੋ ਤੁਸੀਂ ਵਿਸ਼ੇਸ਼ਣ ਹੈਗਾ ਵਾ, ਠੀਕ ਹੈ, ਉਸ ਨੂੰ ਚੇਂਜ ਕੀਤਾ ਗਿਆ। ਸ਼ੀ ਵਾਜ਼ ਸਿੰਗਿੰਗ, ਸਿੰਗਿੰਗ ਇਜ਼ ਐਡਜੈਕਟਿਵ, ਰਾਈਟ। ਸ਼ੀ ਵਾਜ਼ ਸਿੰਗਿੰਗ, ਸ਼ੀ ਵਾਜ਼ ਇਜ਼ ਐਡਜੈਕਟਿਵ, ਸੌਰੀ। ਤੇ ਆਇਸ਼ਾ ਗਰਲ ਹੂ ਵਾਜ਼ ਸਿੰਗਿੰਗ, ਤੇ ਇਹਦੇ ਵਿੱਚ ਐਡਜੈਕਟਿਵ ਚੇਂਜ ਕੀਤਾ ਗਿਆ ਹੈ ਯੂਜ਼ਿੰਗ ਐਨ ਐਡਵਰਬ clause। complete the work, then you may leave, you may leave when you complete the work। complex sentences are used when one thought depends on another, or when the writer wants to show cause, time, condition or purpose more clearly। complex sentence ਉਦੋਂ ਹੀ ਯੂਜ਼ ਕੀਤੇ ਜਾਂਦੇ ਆ ਜਦੋਂ ਇੱਕ ਥਾਟ ਜਿਹੜਾ ਡਿਪੈਂਡ ਕਰਦਾ ਹੈ ਕਿਸੇ ਅਨਦਰ ਥਾਟ ਤੇ, ਔਰ ਜਦੋਂ ਜਿਹੜਾ ਰਾਈਟਰ ਹੈ ਉਹ ਕੋਈ ਕਾਰਨ, ਕੋਈ ਸਮਾਂ ਜਾਂ ਕੋਈ ਕੰਡੀਸ਼ਨ ਜਾਂ ਫਿਰ ਕਿਸੇ ਪਰਪਸ ਨੂੰ ਮੋਰ ਕਲੈਰਿਟੀ ਨਾਲ ਡਿਸਕ੍ਰਾਈਬ ਕਰਨਾ ਚਾਹੁੰਦਾ ਹੈ। ਤੇ importance of synthesis, synthesis helps in improving logical flow in writing, avoiding repetition or words or ideas, enhancing clarity and consciousness, developing the ability to structure long, meaningful sentences, strengthening grammatical understanding and communication skills। ਕੰਬਾਈਨ ਤੇ ਹੁਣ ਅਸੀਂ ਐਕਸਰਸਾਈਜ਼ ਤੇ ਆ ਰਹੇ ਹਾਂ। ਜਿਹੜੇ ਐਕਸਰਸਾਈਜ਼ ਹੈ ਉਹਨਾਂ ਵਿੱਚ ਸਭ ਤੋਂ ਪਹਿਲੀ ਐਕਸਰਸਾਈਜ਼ ਕੰਬਾਈਨ ਇਨਟੂ ਕੰਪਲੈਕਸ ਸੈਂਟੈਂਸ। ਕੰਪਲੈਕਸ ਸੈਂਟੈਂਸ ਦੇ ਵਿੱਚ ਕੰਬਾਈਨ ਕਰਨਾ, ਇਸ ਦੇ ਵਿੱਚ ਹੈ ਸਿੰਪਲ ਸੈਂਟੈਂਸਸ। ਫਰਸਟ ਇਜ਼ ਯੂ ਕੈਨ ਨਾਟ ਮੈਂਡ ਯੋਰ ਵੇਜ਼, ਦਿਸ ਇਜ਼ ਫੈਕਟ, ਦਿਸ ਫੈਕਟ ਪੇਨਸ ਮੀ। ਹੁਣ ਜਦੋਂ ਆਪਾਂ ਇਸ ਨੂੰ ਕੰਪਲੈਕਸ ਸੈਂਟੈਂਸ ਦੇ ਵਿੱਚ ਯੂਜ਼ ਕਰਨਾ ਹੈ ਤੇ ਆਪਾਂ ਕਿੱਦਾਂ ਯੂਜ਼ ਕਰਨਾ ਹੈ? ਦ ਫੈਕਟ ਦੈਟ ਯੂ ਕੈਨ ਨਾਟ ਮੈਂਡ ਯੋਰ ਵੇਜ਼ ਪੇਨਸ ਮੀ। ਇਹਦੇ ਵਿੱਚ ਜਿਹੜੀ ਰਿਪੀਟੇਸ਼ਨ ਹੈ, ਦੈਟ ਇਜ਼ ਫੈਕਟ, ਦਿਸ ਫੈਕਟ, ਹੈ ਨਾ, ਤੇ ਆਪਾਂ ਕੀ ਕੀਤਾ? ਦ ਫੈਕਟ ਯੂ ਕੈਨ ਨਾਟ ਮੈਂਡ ਯੋਰ ਵੇਜ਼, ਜਿਹੜਾ ਫਰਸਟ ਹੈ, ਜਿਹੜਾ ਜਿਹਦੇ ਉੱਤੇ ਸੈਂਟੈਂਸ ਡਿਪੈਂਡ ਕਰ ਰਿਹਾ, ਉਹਨੂੰ ਆਪਾਂ ਸੇਮ ਕੀਤਾ ਹੈ, ਯੂ ਕੈਨ ਨਾਟ ਮੈਂਡ ਯੋਰ ਵੇਜ਼ ਪੇਨਸ ਮੀ। Next simple sentence is he was still in high school. He was married to Kasturba. She was of the same age। ਤੇ he was married to Kasturba, ਜਿਹੜਾ ਮੇਨ ਆਪਣਾ ਜਿਹੜਾ ਸੈਂਟੈਂਸ ਦਾ ਮੇਨ clause ਹੈ, that is he was married to Kasturba, who was who was of same age while he was still in high school। So next one is he was sturdy young man. He was from Scotland. He was fine. He was a fine shot. He was soon discovered that he was sturdy young man from Scotland who has also a fine shot। Next one, it was at crowded meeting in a great hall. The old man was too full of feelings he could not speak। Next, at a crowded meeting in a great hall, the old man was so full of feeling that he could not speak। ਤੇ ਕੰਪਲੈਕਸ ਸੈਂਟੈਂਸਸ ਦੇ ਵਿੱਚ ਆਪਾਂ ਕਿਹੜੇ ਕਿਹੜੇ ਜਿਹੜੇ ਇਹਨਾਂ ਦੇ ਵਿੱਚ ਮੇਨਲੀ ਯੂਜ਼ ਕੀਤਾ? ਦੈਟ ਇਜ਼ ਦੈਟ, ਹੈ ਨਾ ਜੀ, ਵਾਈਲ। ਫੁੱਲ ਸਟਾਪਸ ਨੂੰ ਹਟਾ ਕੇ ਆਪਾਂ ਜਿਹੜੇ ਕਨੈਕਟਰਸ ਜੋੜਨੇ ਆ, ਠੀਕ ਹੈ ਜੀ। Simple sentence, in the center of great hall of emperor sat a golden perch has been fixed there. A nightingale was to sit on it। In the center of great hall where a golden perch has been fixed for the nightingale to sit on, the emperor sat। Next, combine sentence. The people did not see him at the court. He was dead. They thought this। The rumor got wind in no time। ਇਹਨੂੰ ਜਦੋਂ ਆਪਾਂ ਕੰਬਾਈਨ ਕਰਨਾ ਹੈ, that becomes when the people did not see him at the court they immediately thought।
They thought, or they immediately thought he was dead, and the rumor spread in no time. ਆਪਾਂ ਸੈਂਟੈਂਸ ਨੂੰ ਕੰਬਾਈਨ ਕੀਤਾ, ਜੋੜਿਆ ਵਾ, ਠੀਕ ਹੈ ਜੀ। ਇਹਦੇ ਵਿੱਚ ਜਦੋਂ ਆਪਾਂ ਸਟਾਰਟ ਕੀਤੀ ਤਾਂ ਉਹ ਸਟਾਰਟਿੰਗ ਕਿੱਦਾਂ ਕੀਤੀ, ਵੈਨ ਦੇ ਨਾਲ। ਵੈਨ the people did not see him at the court, they thought that he was dead, and the rumor spread in no time. Got wind ਇੱਕ ਫਰਜ਼ ਹੈਗਾ ਵਾ। got wind in no time ਦਾ ਮਤਲਬ ਹੀ ਹੁੰਦਾ ਹੈ ਕਿ spread in no time. Now the next sentence is, the blood of wild animal is always in man, it kept under control. Men need much corn only if they have the amount of corn needed by them. The blood of wild animal is always in man, but is kept under control only when they have enough corn to satisfy their needs. Now ਇੱਥੇ ਵੀ ਫਰਜ਼ਸ ਯੂਜ਼ ਕੀਤੇ ਗਏ ਹੈ, ਠੀਕ ਹੈ। ਜਿਹੜਾ ਸਾਡਾ ਸਿੰਪਲ ਸੈਂਟੈਂਸ ਦਿੱਤਾ ਹੈ ਕਿ the blood of wild animal is always in man, ਕਰੈਕਟਲੀ ਉਹਨੂੰ ਉਸੇ ਤਰੀਕੇ ਨਾਲ ਯੂਜ਼ ਕੀਤਾ ਹੈ, ਬਟ ਇਟ ਕੈਪਟ ਅੰਡਰ ਕੰਟਰੋਲ, ਪਰ ਇਸਨੂੰ ਅੰਡਰ ਕੰਟਰੋਲ ਰੱਖਿਆ ਜਾਂਦਾ ਹੈ। ਇੱਥੇ ਫਿਰ ਕਨੈਕਟਰ ਯੂਜ਼ ਕਰਕੇ, ਵਾਈਲ ਮੈਨ ਨੀਡਡ, ਜਦੋਂ ਵੀ ਮੈਨੂੰ ਨੀਡ ਹੁੰਦੀ ਹੈ ਮਚ ਕੌਰਨ ਦੀ, ਟੂ ਸੈਟਿਸਫਾਈ देयर ਨੀਡਸ। Next, Juman had an old aunt. She had some property. Juman treated her kindly. He wanted the property to be transferred to his name. Now, Juman had an old aunt. She had some property, right? ਤੇ ਉਹਨੂੰ ਆਪਾਂ ਕੀ ਕੀਤਾ ਹੈ, ਜੁਮਨ, ਕਿਉਂਕਿ ਜੁਮਨ ਨੇ ਉਹਨੂੰ ਕਾਈਂਡਲੀ ਟ੍ਰੀਟ ਕੀਤਾ, ਉਹਦੇ ਪ੍ਰੋਪਰਟੀ ਨੂੰ ਆਪਣੇ ਨੇਮ ਤੇ ਟ੍ਰਾਂਸਫਰ ਕਰਨ ਲਈ। ਹੁਣ ਜਦੋਂ ਆਪਾਂ ਇਹਨੂੰ ਕੰਬਾਈਨ ਦੇ ਵਿੱਚ ਕਰਨਾ, ਜੁਮਨ ਟ੍ਰੀਟਡ ਹਿਸ old aunt who owned some property, ਜਿਹਦੇ ਕੋਲ ਕੁਝ property ਸੀ, very kindly, because he to wanted her to transfer to his name. Next sentence is, there was a cricket, he sang and danced. He did not lay by anything. The rainy season set in. The cricket found nothing to set, so he went to an ant. He went to an ant. Sorry, he begged her to lend him food. ਸੋ ਹੁਣ ਇਹਦੇ ਇੱਥੇ ਕ੍ਰਿਕਟ ਬਾਰੇ ਗੱਲ ਕੀਤੀ ਹੋਈ ਹੈ। ਕ੍ਰਿਕਟ ਇੱਕ ਜੰਤੂ ਹੁੰਦਾ ਹੈ, ਠੀਕ ਹੈ। ਸੋ देयर वाज अ cricket who sang and danced without saying, without saving anything, without lay by anything एक फर्ज है। lay by anything means saving anything, and when rainy season set and he found nothing to eat, he went to an ant and begged her to lend some food. ਸੋ ਬੇਸਿਕਲੀ ਇੰਨੇ ਜਿਹੜੇ ਸੈਂਟੈਂਸ ਅਸੀਂ ਪੜ੍ਹ ਲਏ ਆ, ਉਹਨਾਂ ਦੇ ਵਿੱਚ ਜਿਹੜੇ ਫਰਜ਼ਸ ਆ ਉਹਨਾਂ ਨੂੰ ਇੱਕ ਤਾਂ ਸਿੰਪਲ ਦੇ ਵਿੱਚ ਯੂਜ਼ ਕੀਤਾ ਗਿਆ ਵਾ, ਠੀਕ ਹੈ, ਤੇ ਉਹਨਾਂ ਦੇ ਵਿੱਚ ਕਨੈਕਟਰ ਯੂਜ਼ ਕਰਕੇ ਸੈਂਟੈਂਸਸ ਨੂੰ ਕੰਬਾਈਨ ਕੀਤਾ ਹੈ। ਸੋ ਲਾਸਟ ਸੈਂਟੈਂਸਸ, the Indian nation honors the name of Subhash Chandra Bose. He fought India's battle and freedom for freedom abroad. Abroad, he won great laurels in the field of patriotism. He died in serving of his motherland. So the Indian nation honors the name of Subhash Chandra Bose as same as who fought India's battle of freedom abroad, won great laurels in the field of patriotism, and finally died in the serving of his motherland. Combined sentences. ਨਾਓ ਦ ਸੈਂਟੈਂਸਿਸ ਨੂੰ ਆਪਾਂ ਸਿਚੁਏਸ਼ਨਸ ਦੇ ਨਾਲ, ਜਿਹੜੇ ਕੰਬਾਈਨ ਤੁਹਾਨੂੰ ਸਿਚੁਏਸ਼ਨਸ ਨਾਲ ਦਿੱਤੀ ਹੈ ਉਹਨਾਂ ਦੇ ਹਿਸਾਬ ਨਾਲ ਕੰਬਾਈਨ ਕਰਨੇ। ਇੰਦਾ ਤੇ ਸਾਨੂੰ ਸੈਂਟੈਂਸ ਦਿੱਤਾ ਹੈ, ਇਨ ਦਾ ਆਫਟਰਨੂਨ ਇਟ ਵਾਜ਼ ਰੇਨਿੰਗ ਵੈਰੀ ਹੈਵੀਲੀ ਐਟ that time I was swimming। ਯੂਜ਼ ਕੀ ਕਰਨਾ ਆਪਾਂ, ਵਾਈਲ, ਤੇ ਇਸਨੂੰ ਸਟਾਰਟ ਕਰਨਾ ਹੈਗਾ ਇਸ ਤਰੀਕੇ ਨਾਲ, I was swimming while it was raining very heavily in the afternoon।
sentence ਹੈਗਾ next, he is not happy with relatives, he is not happy with his friend too। ਇੱਥੇ ਆਪਾਂ ਕੀ use ਕਰਨਾ ਹੈ, neither ਤੇ nor। he is not happy with he is not happy with relatives ਤੇ he is not happy with his friends too ਦੇ ਵਿੱਚ। ਤੇ ਆਪਾਂ ਕਿਸ ਤਰੀਕੇ ਨਾਲ ਕਰਨਾ ਹੈ, ਨੀਦਰ ਤੇ ਜਿਹੜਾ ਹੈ ਨੌਰ ਕਿਦੇ ਅੱਗੇ ਯੂਜ਼ ਕੀਤਾ ਜਾਏ, ਜਿੱਥੇ ਆਪਾਂ ਨਾਟ ਯੂਜ਼ ਕੀਤਾ ਹੈ। ਠੀਕ ਹੈ ਜੀ। ਹੀ ਇਜ਼ ਨੀਦਰ ਹੈਪੀ ਵਿਦ ਹਿਜ਼ ਰਿਲੇਟਿਵ ਨੌਰ ਵਿਦ ਹਿਜ਼ ਫਰੈਂਡਸ। ਇਸ ਦੇ ਵਿੱਚ ਜਿਹੜਾ ਨੈਕਸਟ ਜਿਹੜਾ ਸੈਂਟੈਂਸ ਹੈ ਨਾ, ਉਸ ਦੇ ਵਿੱਚ ਅਲੱਗ-ਅਲੱਗ ਟਰਮਸ ਦੇ ਵਿੱਚ ਜਿਹੜਾ ਸੇਮ ਟਰਮ ਯੂਜ਼ ਕੀਤੀ ਜਾ ਰਹੀ ਹੈ, ਹੀ ਇਜ਼ ਨਾਟ ਹੈਪੀ ਤੇ ਨੈਕਸਟ ਹੀ ਇਜ਼ ਨਾਟ ਹੈਪੀ, ਹੈ ਨਾ। ਤੇ ਇਹ ਦੋ ਟਾਈਮ ਯੂਜ਼ ਕਰਨਾ ਹੈ। ਆਪਾਂ ਇਸ ਨੂੰ ਇੱਕੋ ਟਾਈਮ ਦੇ ਵਿੱਚ ਲੈ ਕੇ ਆਣਾ ਹੈ। ਦੈਟ ਬਿਕਮਸ ਹੀ ਇਜ਼ ਨੀਦਰ ਹੈਪੀ ਵਿਦ ਹਿਜ਼ ਰਿਲੇਟਿਵ ਨੌਰ ਵਿਦ ਹਿਜ਼ ਫਰੈਂਡਸ ਟੂ। ਟੂ ਆਪਾਂ ਕੀ ਕਰਨਾ ਹੈ, ਹਟਾ ਦੇਣਾ। Next, the book was very useful. My father had sent it from Shimla. Using ਆਪਾਂ ਕੀ ਕਰਨਾ ਹੈ ਇੱਥੇ that। The book that my father sent from Shimla was very useful। Sorry, क्योंकि sentence ਦੇ ਵਿੱਚ was use ਕੀਤਾ ਗਿਆ। Next sentence, you may go anywhere, you are bound to remember me। ਇੱਥੇ use ਕੀ ਕਰਨਾ ਆਪਾਂ wherever। Wherever you go, you are bound to remember me। ਐਨੀਵੇਅਰ ਦੀ ਜਗ੍ਹਾ ਆਪਾਂ ਕਿਉਂ ਯੂਜ਼ ਕਰਨਾ ਹੈ ਵੇਅਰ ਬਟ ਇਹ ਸਟਾਰਟਿੰਗ ਦੇ ਵਿੱਚ ਹੀ ਆ ਜਾਏਗਾ। ਵੇਅਰ ਤੁਸੀਂ ਜਿੱਥੇ ਜਾਓਗੇ, ਯੂ ਆਰ ਬਾਉਂਡ ਟੂ ਰਿਮੈਂਬਰ ਮੀ। ਸੈਂਟੈਂਸ ਨੈਕਸਟ ਇਜ਼ ਸਮ ਰਿਲੇਟਿਵ ਆਰ ਵੈਰੀ troublesome, they always think of their own ends। ਇੱਥੇ ਆਪਾਂ ਯੂਜ਼ ਕਰਨਾ ਹੈ ਇੱਥੇ ਸਾਨੂੰ ਜਿਹੜਾ ਯੂਜ਼ ਕਰਨ ਨੂੰ ਦਿੱਤਾ ਗਿਆ ਵਰਡ that is who। some relatives who always think of their own needs are very troublesome। ਕੁਝ ਰਿਲੇਟਿਵ ਜਿਹੜੇ ਕਿ ਆਪਣੇ ਓਨ ਐਂਡਸ ਬਾਰੇ ਸੋਚਦੇ ਆ, ਉਹ ਬਹੁਤ ਜ਼ਿਆਦਾ ਟਰਬਲਸਮ ਹੁੰਦੇ ਆ, ਉਹ ਜ਼ਿਆਦਾ ਬਹੁਤ ਮੁਸ਼ਕਿਲ ਹਾਲਾਤ ਪੈਦਾ ਕਰਨ ਵਾਲੇ ਹੁੰਦੇ ਆ। ਸੈਂਟੈਂਸ ਨੈਕਸਟ ਹੈ ਰੋਬਿਨ। ਆਪਾਂ ਆਹੀ ਦੋ ਸੈਂਟੈਂਸ ਕਰਨੇ ਨੈਕਸਟ ਆਪਾਂ ਨੈਕਸਟ ਕਲਾਸ ਵਿੱਚ ਕਰਾਂਗੇ। ਸੋ ਦੈਟ ਇਜ਼ Robin was to see me this morning। He did not see me but saw my father। ਇੱਥੇ ਵੀ ਆਪਾਂ ਜਿਹੜਾ ਯੂਜ਼ ਕਰਨਾ who। Robin who was to see me this morning did not see me but saw my father। Next sentence, she is a mother, she is also a mother-in-law। ਇੱਥੇ ਆਪਾਂ ਕੀ ਯੂਜ਼ ਕਰਨਾ ਹੈ not only but also। she is not only mother but also mother-in-law। ਉਹ ਨਾ ਸਿਰਫ ਇੱਕ ਮਾਂ ਹੈ ਬਟ ਆਲਸੋ ਇੱਕ ਸੱਸ ਵੀ ਹੈ ਨਾ। ਤੇ ਅਪ ਨੈਕਸਟ ਸੈਂਟੈਂਸ ਹੈ ਹੀ ਇਜ਼ ਨਾਟ ਅ ਫਰੈਂਡ, ਹੀ ਇਜ਼ ਨਾਟ ਅ ਫੋਏ। ਇੱਥੇ ਵੀ ਆਪਾਂ ਕੀ ਯੂਜ਼ ਕਰਨਾ ਹੈ ਨੀਦਰ ਤੇ ਨॉर। ਮੈਂ ਕੀ ਦੱਸਿਆ ਸੀਗਾ ਇਹਦੇ ਵਿੱਚ ਕਿ ਜਿੱਥੇ ਨਾਟ ਯੂਜ਼ ਕਰਨਾ ਆਪਾਂ ਉਧਰ ਹੀ ਨੀਦਰ ਸਟਾਰਟ ਕਰ ਦੇਣਾ ਹੈ, ਤੇ ਨੈਕਸਟ ਦੇ ਵਿੱਚ ਜਿਹੜਾ ਆਪਾਂ ਹੀ ਇਜ਼ ਨਾਟ ਦੀ ਜਗ੍ਹਾ ਆਪਾਂ ਨॉर ਨੂੰ ਲੈ ਕੇ ਨਾ। ਸੋ ਦੈਟ ਬਿਕਮਸ ਹੀ ਇਜ਼ ਨੀਦਰ ਅ ਫਰੈਂਡ ਨॉर ਅ ਫੋਏ। Next sentence, he was guilty, the court did not punish him। ਇੱਥੇ ਆਪਾਂ ਕੀ ਯੂਜ਼ ਕਰਨਾ although he was guilty। ਵੈਸੇ ਤਾਂ ਉਹ although he was guilty ਵੈਸੇ ਉਹ guilty ਸੀ। so that's why the court did not punish him। so the sentence become although he was guilty the court did not punish him। next sentence, he is a doctor, he is social worker। ਆਪਾਂ ਇੱਥੇ ਕੀ ਕਰਨਾ ਹੈ not only ਨਾ ਸਿਰਫ, ਠੀਕ ਹੈ। he is not only a doctor but also a social worker। next sentence, he is not French, he is not a German। ਇੱਥੇ ਵੀ ਆਪਾਂ neither ਤੇ nor ਬਹੁਤ ਹੀ ਜ਼ਿਆਦਾ easy ਹੈ। he is neither a French nor a German। next sentence, the bell rang, the student left the school as soon as the bell rang the student left the school। next sentence, it is raining, we will hold the exhibition using nevertheless।
It was raining. It is raining, sorry. It is raining. Nevertheless, we will hold the exhibition. Although ਸਾਰਾ ਜਿਹੜਾ sentence ਹੈ ਉਹ as it is ਹੀ ਆ ਰਿਹਾ ਵਾ, but ਜਿਹੜਾ ਸਾਡਾ full stop ਹੈ ਇਸ ਦੇ ਵਿੱਚ ਕੀ ਆ ਗਿਆ? Nevertheless. 14th sentence. We were in our beds. The thieves made away with our precious articles. While ਇੱਥੇ ਆਪਾਂ while use ਕਰਨਾ ਵਾ. The thieves made away with our precious articles while we are in bed. ਜਦੋਂ ਅਸੀਂ ਬੈੱਡ ਦੇ ਵਿੱਚ ਸੀਗੇ. while ਜਦੋਂ ਅਸੀਂ ਸੀਗੇ, ਲਾਈਕ while ਉਦੋਂ ਹੀ use ਹੁੰਦਾ ਹੈ ਜਦੋਂ ਆਪਾਂ ਫਸਟ ਸਟੇਟਮੈਂਟ ਨੂੰ ਜਿਹੜਾ ਕਲੈਰੀਫਾਈ ਕਰ ਰਹੇ ਹਾਂ. Next sentence, the patient had expired. The doctor came later. Using after ਇੱਥੇ. The doctor came after the patient had expired. Later ਦੀ ਥਾਂ ਤੇ ਆਪਾਂ ਕੀ use ਕਰਨਾ ਹੈ? After. So this is the end of this chapter. Like ਅਜੇ ਆਪਾਂ ਹੋਰ ਵੀ ਐਕਸਰਸਾਈਜ਼ ਕਰਨੀ ਨੇ, ਬਟ ਹੁਣ ਜਿਹੜਾ ਟਾਈਮ ਲੀਵ ਦਾ ਹੋਣ ਲੱਗ ਪਿਆ ਹੈਗਾ, ਤੇ ਹੁਣ ਤੱਕ ਦਾ ਸਾਰਿਆਂ ਨੂੰ ਸਮਝ ਆ ਗਿਆ ਹੋਏਗਾ. ਨਰਿੰਦਰ, ਸਮਝ ਆਇਆ ਤੁਹਾਨੂੰ? ਹਾਂਜੀ, ਸੋਨੀਆ ਤੁਹਾਨੂੰ? ਚਲੋ ਠੀਕ ਹੈ ਨਰਿੰਦਰ, ਤੁਹਾਨੂੰ ਮੈਂ ਇਹਦੇ ਜਿਹੜੇ ਕੁਐਸਚਨਸ ਐਕਸਰਸਾਈਜ਼ ਉਹ ਸੈਂਡ ਕਰੂੰਗੀ. ਤੁਸੀਂ ਮੈਨੂੰ ਸੋਲਵ ਕਰਕੇ ਜਿਹੜੇ ਸੈਂਡ ਕਰ ਦਿਓ ਤੁਸੀਂ ਮੈਨੂੰ.